ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਏ ਮਨਦੀਪ ਕੌਰ ਦੇ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਕਥਾ ਬਾਰੇ। ਗੁਰੂ ਜੀ ਦੀ 13ਵੀਂ ਵਾਲੇ ਦਿਨ ਇੱਕ ਬੜਾ ਦੀਵਾਨ ਸਜਾ ਕੇ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦੇ ਆਸਣ ਉੱਤੇ ਬਿਠਾਲ ਕੇ ਦਸਤਾਰਬੰਦੀ ਦੀ ਰਸਮ ਕੀਤੀ ਗਈ। ਇਸ ਸਮੇਂ ਸਭ ਨੇ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਯਥਾਯੋਗ ਭੇਟਾ ਅਰਪਣ ਕਰਕੇ ਮੱਥਾ ਟੇਕ ਕੇ ਗੁਰਗੱਦੀ ਦੇ ਯੋਗ ਵਾਰਸ ਪ੍ਰਵਾਨ ਕੀਤਾ। ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਸਭ ਗੁਰੂ ਅੰਸ਼ ਸਾਹਿਬਜ਼ਾਦਿਆਂ ਅਤੇ ਸੰਗਤ ਦੇ ਮੁਖੀਆਂ ਤਥਾ ਮਸੰਦਾਂ ਨੂੰ ਸਿਰਪਾਉਂ ਦੇ ਕੇ ਵਿਦਾ ਕੀਤਾ ਗਿਆ। ਉਪਰੰਤ ਗੁਰੂ ਘਰ ਦੀ ਮਰਿਆਦਾ ਅਨੁਸਾਰ ਗੁਰੂ ਜੀ ਦੇ ਦੀਵਾਨ ਸਜਦੇ ਅਤੇ ਸੰਗਤਾਂ ਨਾਮ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰਦੀਆਂ। ਗੁਰੂ ਸ਼੍ਰੀ ਹਰਕ੍ਰਿਸ਼ਨ ਜੀ ਜਿਸ ਬਿਮਾਰ ਪੁਰਸ਼ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ ਉਸ ਦੀ ਬਿਮਾਰੀ ਹਟ ਜਾਂਦੀ। ਇਸ ਗੱਲ ਦੀ ਚਰਚਾ ਜਦ ਚੁਫੇਰੇ ਫੈਲ ਗਈ ਤਾਂ ਲੋਕ ਰੋਗੀਆਂ ਦੇ ਮੰਜੇ ਚੁੱਕ ਕੇ ਗੁਰੂ ਜੀ ਪਾਸ ਕੀਰਤਪੁਰ ਆਉਣ ਲੱਗੇ। ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਸਭ ਰੋਗੀ ਰਾਜੀ ਹੋ ਜਾਂਦੇ। ਜਦੋਂ ਗੁਰੂ ਜੀ ਬਾਹਰ ਜਾਂਦੇ ਤਾਂ ਬੇਅੰਤ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਪ ਜੀ ਦੇ ਰਾਹ ਮੱਲ ਕੇ ਖਲੋ ਜਾਂਦੀਆਂ ਤੇ ਆਪ ਜੀ ਉੱਤੇ ਫੁੱਲਾਂ ਦੀ ਵਰਖਾ ਕਰਦੀਆਂ। ਇਸ ਤਰ੍ਹਾਂ ਗੁਰੂ ਜੀ ਦਾ ਜਸ ਦੂਰ ਦੂਰ ਤੱਕ ਫੈਲ ਗਿਆ। ਜਦ ਇਸ ਤਰ੍ਹਾਂ ਸਿੱਖ ਸੰਗਤਾਂ ਵਿੱਚ ਦੂਰ ਦੂਰ ਤੱਕ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਮਹਿਮਾ ਹੁੰਦੀ, ਇਹਨਾਂ ਦੇ ਵੱਡੇ ਭਾਈ ਸ਼੍ਰੀ ਰਾਮ ਰਾਏ ਜੀ ਨੇ ਵੀ ਸੁਣੀ। ਉਹਨਾਂ ਨੇ ਗੁੱਸੇ ਨਾਲ ਆਪਣੇ ਸਿੱਖਾਂ ਨੂੰ ਆਖਿਆ, ਅੱਛਾ ਮੈਨੂੰ ਪਾਤਸ਼ਾਹ ਪਾਸ ਜਾ ਕੇ ਲੈਣ ਦਿਓ, ਫੇਰ ਦੱਸਾਂਗਾ ਕਿ ਕਿੰਨੀ ਕੁ ਸ਼ਕਤੀ ਦਾ ਮਾਲਕ ਹੈ, ਜਿਸਨੂੰ ਅਜੇ ਇਹ ਵੀ ਨਹੀਂ ਪਤਾ ਕਿ ਜਹਾਨ ਕਿੱਥੇ ਵਸਦਾ ਹੈ। ਰਾਮ ਰਾਏ ਜੀ ਦੇ ਇਹ ਕ੍ਰੋਧਮਈ ਬਚਨ ਸੁਣ ਕੇ ਭਾਈ ਬਹਿਲੋ ਕੇ ਗੁਰਦਾਸ ਨੇ ਕਿਹਾ, ਮਹਾਰਾਜ ਆਪ ਜੀ ਨੂੰ ਕਿਸ ਵਸਤੂ ਦਾ ਘਾਟਾ ਹੈ? ਦੇਸ਼ ਦਾ ਬਾਦਸ਼ਾਹ ਤੁਹਾਡਾ ਅਨੁਸਾਰੀ ਹੈ, ਸਿੱਖ ਸੇਵਕੀ ਸਭ ਤੁਹਾਡੇ ਚਰਨ ਪੂਜਦੀ ਹੈ, ਤੁਹਾਡਾ ਪ੍ਰਤਾਪ ਸੂਰਜ ਵਾਂਗ ਚਮਕ ਰਿਹਾ ਹੈ, ਤੁਹਾਨੂੰ ਹੋਰ ਕਿਸੇ ਗੱਲ ਦੀ ਪਰਵਾਹ ਨਹੀਂ ਹੈ। ਜੋ ਕੁਝ ਆਪ ਜੀ ਦੇ ਪਿਤਾ ਸ਼੍ਰੀ ਗੁਰੂ ਹਰ ਰਾਏ ਜੀ ਕਰ ਗਏ ਸਨ, ਉਹਨਾਂ ਨੂੰ ਪ੍ਰਵਾਨ ਕਰਕੇ ਆਪਣੇ ਛੋਟੇ ਭਾਈ ਸ਼੍ਰੀ ਹਰਕ੍ਰਿਸ਼ਨ ਜੀ ਨਾਲ ਮੇਲ ਮਿਲਾਪ ਰੱਖੋ, ਤੁਹਾਡੀਆਂ ਸਦਾ ਹੀ ਚੜ੍ਹਦੀਆਂ ਕਲਾ ਰਹਿਣਗੀਆਂ। ਭਾਈ ਗੁਰਦਾਸ ਜੀ ਦੀਆਂ ਇਹ ਗੱਲਾਂ ਸੁਣ ਕੇ ਰਾਮ ਰਾਏ ਜੀ ਨੇ ਕਿਹਾ, ਇਹ ਮੈਂ ਕੁਝ ਜਾਣਦਾ ਹਾਂ, ਮੈਂ ਕੁਝ ਕਰਕੇ ਹੀ ਤੁਹਾਨੂੰ ਦੱਸਾਂਗਾ। ਰਾਮ ਰਾਏ ਨੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਵੱਲ ਆਪਣੇ ਮਸੰਦਾਂ ਰਾਹੀਂ ਚਿੱਠੀਆਂ ਲਿਖਵਾ ਕੇ ਭੇਜ ਦਿੱਤੀਆਂ ਕਿ ਸੰਗਤਾਂ ਆਪੋ ਆਪਣੀ ਕਾਰ ਭੇਟਾ ਸ਼੍ਰੀ ਰਾਮ ਰਾਏ ਜੀ ਨੂੰ ਭੇਜਣ। ਜਿਹੜਾ ਨਹੀਂ ਭੇਜੇਗਾ ਉਸਨੂੰ ਪਛਤਾਉਣਾ ਪਵੇਗਾ। ਸੰਗਤਾਂ ਰਾਮ ਰਾਏ ਜੀ ਦੀਆਂ ਬਾਦਸ਼ਾਹ ਪਾਸ ਹੋਈਆਂ ਕਰਾਮਾਤਾਂ ਦੀਆਂ ਗੱਲਾਂ ਸੁਣ ਕੇ ਇਹਨਾਂ ਤੋਂ ਬਹੁਤ ਡਰਦੀਆਂ ਸਨ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਹੋਇਆ ਸੀ ਕਿ ਸ਼੍ਰੀ ਗੁਰੂ ਹਰ ਰਾਏ ਜੀ ਗੁਰਿਆਈ ਦਾ ਤਿਲਕ ਆਪਣੇ ਛੋਟੇ ਸਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਦੇ ਗਏ ਹਨ। ਇਸ ਕਰਕੇ ਇੱਕ ਪਾਸੇ ਕਰਾਮਾਤ ਦਾ ਡਰ ਅਤੇ ਦੂਜੇ ਪਾਸੇ ਗੁਰਿਆਈ ਗੱਦੀ ਦਾ ਡਰ ਕੇ ਸੰਗਤਾਂ ਦੋਵੇਂ ਪਾਸੇ ਰੱਖਣ ਵਾਸਤੇ ਦੋਹੀਂ ਪਾਸੀ ਭੇਟਾ ਦੇਣ ਲੱਗ ਪਈਆਂ। ਮਸੰਦ ਸਿੱਖਾਂ ਤੋਂ ਭੇਟਾ ਲੈ ਲੈ ਹੰਕਾਰੀ ਹੋ ਗਏ। ਸਾਰੀ ਭੇਟਾ ਦਾ 8ਵਾਂ ਹਿੱਸਾ ਰਾਮ ਰਾਏ ਜੀ ਨੂੰ ਦੇ ਕੇ ਬਾਕੀ ਸਭ ਕੁਝ ਆਪ ਹੀ ਐਸ਼ ਕਰਨ ਲੱਗ ਗਏ। ਆਪਣੇ ਲਾਲਚ ਕਰਕੇ ਮਸੰਦ ਸੰਗਤਾਂ ਤੋਂ ਜਬਰਨ ਭੇਟਾ ਲੈਣ ਲੱਗ ਗਏ। ਜੇ ਕੋਈ ਗਰੀਬ ਸਿੱਖ ਭੇਟਾ ਨਾ ਦੇ ਸਕੇ ਤਾਂ ਉਸਨੂੰ ਗਾਲੀਆਂ ਕੱਢਦੇ ਅਤੇ ਗੁਰੂ ਮਾਰਿਆ ਆਦਿ ਸਰਾਪ ਦਾ ਡਰ ਦਿੰਦੇ। ਡੇਰਿਆਂ ਵਿੱਚ ਗਦੈਲੇ ਤੇ ਸਰਹਾਣੇ ਲੈ ਕੇ ਬੈਠ ਜਾਂਦੇ ਤੇ ਡੇਰੇ ਵਿੱਚ ਵੀ ਕਈ ਪ੍ਰਕਾਰ ਦੇ ਹੁਕਮ ਕਰਕੇ ਸਿੱਖਾਂ ਨੂੰ ਤੰਗ ਕਰਦੇ। ਇੱਕ ਵਾਰ ਜਦ ਸਿੱਖ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਕੀਰਤਪੁਰ ਆਏ ਤਾਂ ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਮਸੰਦ ਬਹੁਤ ਤੰਗ ਕਰਕੇ ਸਾਡੇ ਪਾਸੋਂ ਕਾਰ ਭੇਟਾ ਲੈਂਦੇ ਹਨ, ਅਸੀਂ ਇਹਨਾਂ ਹੱਥੋਂ ਬਹੁਤ ਦੁਖੀ ਹਾਂ। ਗੁਰੂ ਜੀ ਨੇ ਸਭ ਨੂੰ ਧੀਰਜ ਦੇ ਕੇ ਆਖਿਆ, ਤੁਸੀਂ ਗੁਰੂ ਘਰ ਤੇ ਭਰੋਸਾ ਰੱਖੋ, ਗੁਰੂ ਭਲੀ ਕਰੇਗਾ। ਉਪਰੰਤ ਗੁਰੂ ਜੀ ਦੇ ਇਹ ਬਚਨ ਜਦ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਨੂੰ ਲਿਖ ਕੇ ਭੇਜੇ ਗਏ ਤਾਂ ਸੰਗਤਾਂ ਦਾ ਗੁਰੂ ਘਰ ਤੇ ਨਿਸ਼ਚਾ ਦ੍ਰਿੜ ਹੋ ਗਿਆ। ਬੇਅੰਤ ਸੰਗਤਾਂ ਭੇਟਾ ਲੈ ਕੇ ਦਰਸ਼ਨ ਕਰਨ ਆਉਣ ਲੱਗੀਆਂ ਤੇ ਸੰਗਤਾਂ ਦੀ ਆਵਾਜਾਈ ਸੁਣ ਕੇ ਰਾਮ ਰਾਏ ਜੀ ਬਹੁਤ ਈਰਖਾ ਨਾਲ ਤਪਣ ਲੱਗੇ। ਰਾਮ ਰਾਏ ਜੀ ਆਪਣੇ ਗੁੱਸੇ ਨੂੰ ਬਹੁਤ ਚਿਰ ਨਾ ਸਹਾਰ ਸਕੇ ਅਤੇ ਪਾਤਸ਼ਾਹ ਔਰੰਗਜ਼ੇਬ ਪਾਸ ਦਿੱਲੀ ਚਲੇ ਗਏ। ਪਾਤਸ਼ਾਹ ਪਾਸ ਜਾ ਕੇ ਉਸਨੂੰ ਆਪਣੀ ਸਾਰੀ ਵਿਥਿਆ ਸੁਣਾਈ ਕਿ ਪਿਤਾ ਜੀ ਨੇ ਮੈਨੂੰ ਤੁਹਾਡੇ ਨਾਲ ਮੇਲ ਮਿਲਾਪ ਹੋਣ ਕਰਕੇ ਗੁਰਗੱਦੀ ਤੋਂ ਬੇਦਖਲ ਕਰ ਦਿੱਤਾ ਹੈ। ਮੇਰੇ ਛੋਟੇ ਭਾਈ ਨੂੰ, ਜਿਸ ਦੀ ਉਮਰ ਇਸ ਸਮੇਂ ਕੇਵਲ 5 ਸਾਲ ਦੀ ਹੈ, ਆਪਣੇ ਥਾਂ ਗੱਦੀ ਉੱਤੇ ਬਿਠਾ ਕੇ ਆਪ ਪਰਲੋਕ ਗਮਨ ਕਰ ਗਏ ਹਨ।
ਮੇਰੇ ਨਾਲ ਬਹੁਤ ਅਨਿਆਏ ਕੀਤਾ ਹੈ। ਗੁਰਗੱਦੀ ਉੱਤੇ ਬੈਠਣ ਦਾ ਮੇਰਾ ਹੱਕ ਸੀ। ਮੈਂ ਵੱਡਾ ਹਾਂ ਅਤੇ ਸਭ ਸੰਗਤਾਂ ਵੀ ਮੈਨੂੰ ਜਾਣਦੀਆਂ ਤੇ ਮੰਨਦੀਆਂ ਹਨ। ਤੁਸੀਂ ਉਸ ਮੇਰੇ ਛੋਟੇ ਭਾਈ ਨੂੰ ਇੱਥੇ ਸੱਦ ਕੇ ਵੇਖੋ। ਉਹ ਬਿਲਕੁਲ ਮਾਸੂਮ 5 ਸਾਲ ਦਾ ਬੱਚਾ ਹੈ। ਉਹ ਗੁਰਗੱਦੀ ਦੇ ਬਿਲਕੁਲ ਯੋਗ ਨਹੀਂ ਹੈ। ਉਸ ਨੂੰ ਦਿੱਲੀ ਸੱਦ ਕੇ ਆਖੋ ਕਿ ਗੁਰਗੱਦੀ ਉੱਤੇ ਮੇਰਾ ਹੱਕ ਪ੍ਰਵਾਨ ਕਰਕੇ ਆਪ ਗੁਰੂ ਨਾ ਅਖਵਾਏ ਅਤੇ ਗੁਰਗੱਦੀ ਉੱਤੇ ਗੁਰੂ ਬਣ ਕੇ ਨਾ ਬੈਠੇ ਤੇ ਗੁਰੂ ਦੀ ਕਰ ਭੇਟਾ ਸਿੱਖਾਂ ਪਾਸੋਂ ਨਾ ਲਵੇ। ਰਾਮ ਰਾਏ ਜੀ ਦੇ ਇਸ ਤਰ੍ਹਾਂ ਬਹੁਤ ਕੁਝ ਆਖਣ ਕਰਕੇ ਬਾਦਸ਼ਾਹ ਨੇ ਮਜਬੂਰ ਹੋ ਕੇ ਰਾਜਾ ਜੈ ਸਿੰਘ ਸਵਾਈ ਨੂੰ ਆਖਿਆ ਕਿ ਤੁਸੀਂ ਗੁਰੂ ਜੀ ਨੂੰ ਬੜੇ ਪ੍ਰੇਮ ਨਾਲ ਆਪਣਾ ਆਦਮੀ ਭੇਜ ਕੇ ਇੱਥੇ ਮੰਗਵਾ ਲਵੋ। ਉਪਰੰਤ ਬਾਦਸ਼ਾਹ ਨੇ ਆਪਣੇ ਵੱਲੋਂ ਵੀ ਇੱਕ ਚਿੱਠੀ ਗੁਰੂ ਜੀ ਵੱਲ ਲਿਖ ਕੇ ਬੇਨਤੀ ਕੀਤੀ ਕਿ ਆਪ ਦਿੱਲੀ ਆ ਕੇ ਦਰਸ਼ਨ ਦਿਓ। ਰਾਜਾ ਜੈ ਸਿੰਘ ਸਵਾਈ ਨੇ ਬਾਦਸ਼ਾਹ ਦੀ ਚਿੱਠੀ ਨਾਲ ਇੱਕ ਚਿੱਠੀ ਆਪਣੀ ਵੱਲੋਂ ਵੀ ਬੜੀ ਨਿਮਰਤਾ ਨਾਲ ਲਿਖ ਕੇ ਆਪਣੇ ਵਜ਼ੀਰ ਹੱਥ ਗੁਰੂ ਜੀ ਨੂੰ ਭੇਜ ਕੇ ਬੇਨਤੀ ਕੀਤੀ ਕਿ ਆਪ ਮੇਰੇ ਇਸ ਵਜ਼ੀਰ ਨਾਲ ਦਿੱਲੀ ਆ ਕੇ ਦਰਸ਼ਨ ਦਿਓ। ਇਹ ਦੋਵੇਂ ਚਿੱਠੀਆਂ ਵਜ਼ੀਰ ਨੇ ਜਦ ਕੀਰਤਪੁਰ ਜਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਤੀਆਂ ਤਾਂ ਆਪ ਜੀ ਨੇ ਸਿਆਣੇ ਸਿੱਖਾਂ ਤੇ ਮਾਤਾ ਜੀ ਨਾਲ ਸਲਾਹ ਕਰਕੇ ਦਿੱਲੀ ਜਾਣ ਵਾਸਤੇ ਤਿਆਰੀ ਦਾ ਹੁਕਮ ਭੇਜ ਦਿੱਤਾ। ਪਰ ਜਦੋਂ ਵੀ ਗੁਰੂ ਜੀ ਦੇ ਤੁਰਨ ਦਾ ਸਮਾਂ ਹੋਵੇ ਤਦ ਹੀ ਕੋਈ ਦੇਸ਼ ਵਿਦੇਸ਼ ਦੀ ਸੰਗਤ ਦਰਸ਼ਨ ਕਰਨ ਵਾਸਤੇ ਆ ਹਾਜ਼ਰ ਹੋਵੇ। ਇਸ ਤਰ੍ਹਾਂ ਹੀ ਤੁਰਦਿਆਂ ਤੁਰਦਿਆਂ 10 ਦਿਨ ਬੀਤ ਗਏ। ਵਜ਼ੀਰ ਦਿੱਲੀ ਜਾਣ ਵਾਸਤੇ ਕਾਹਲਾ ਵੀ ਪਵੇ ਅਤੇ ਗੁਰੂ ਜੀ ਦਾ ਸਿੱਖੀ ਸੇਵਕੀ ਦਾ ਪ੍ਰਤਾਪ ਵੇਖ ਕੇ ਹੈਰਾਨ ਵੀ ਹੋਵੇ। ਅੰਤ ਨੂੰ ਵਜ਼ੀਰ ਦੀ ਛੇਤੀ ਤੁਰਨ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਆਪਣੀ ਮਾਤਾ ਅਤੇ ਕੁਝ ਸਿੱਖ ਸੇਵਕਾਂ ਨਾਲ ਲੈ ਕੇ ਦਿੱਲੀ ਨੂੰ ਚੱਲ ਪਏ। ਰਸਤੇ ਵਿੱਚ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਮਨੋਕਾਮਨਾ ਪੂਰੀਆਂ ਕਰਦੇ ਹੋਏ ਪੰਜੋਖਰੇ ਪਿੰਡ ਪਹੁੰਚ ਗਏ। ਇੱਥੇ ਜਦ ਆਪ ਜੀ ਨੇ ਡੇਰਾ ਕੀਤਾ ਤਾਂ ਬੇਅੰਤ ਸੰਗਤਾਂ ਇਸ ਇਲਾਕੇ ਦੀਆਂ ਆਪ ਜੀ ਦੇ ਦਰਸ਼ਨਾਂ ਨੂੰ ਆਈਆਂ। ਬਾਲਕ ਗੁਰੂ ਜੀ ਦੇ ਦਰਸ਼ਨ ਕਰਕੇ ਹਰ ਇੱਕ ਬਾਲ ਬਿਰਧ ਬੜਾ ਪ੍ਰਸੰਨ ਹੋਵੇ। ਭੇਟਾਂ ਦੇ ਅੰਬਾਰ ਲੱਗ ਗਏ। ਰਾਜੇ ਦਾ ਵਜ਼ੀਰ ਸੰਗਤਾਂ ਦਾ ਪ੍ਰੇਮ ਤੇ ਸ਼ਰਧਾ ਗੁਰੂ ਜੀ ਉੱਤੇ ਵੇਖ ਕੇ ਬੜਾ ਹੈਰਾਨ ਤੇ ਪਰੇਸ਼ਾਨ ਹੋਵੇ। ਜਦ ਇਸ ਪਿੰਡ ਹੀ ਸੰਗਤਾਂ ਦੀ ਆਵਾਜਾਈ ਕਰਕੇ ਬਹੁਤ ਦਿਨ ਲੱਗ ਗਏ ਤਾਂ ਵਜ਼ੀਰ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਇਸ ਤਰ੍ਹਾਂ ਤਾਂ ਅਸੀਂ ਕਈ ਮਹੀਨਿਆਂ ਵਿੱਚ ਵੀ ਦਿੱਲੀ ਨਹੀਂ ਪਹੁੰਚ ਸਕਾਂਗੇ। ਸੰਗਤਾਂ ਬੇਅੰਤ ਆ ਰਹੀਆਂ ਹਨ। ਕੋਈ ਅਜਿਹਾ ਉਪਾਅ ਕਰੋ ਜਿਸ ਨਾਲ ਦਿੱਲੀ ਛੇਤੀ ਪਹੁੰਚ ਜਾਈਏ। ਉਸ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਨੂੰ ਧੀਰਜ ਦਿੱਤੀ ਕਿ ਜਿਸ ਤਰ੍ਹਾਂ ਤੂੰ ਕਿਹਾ ਹੈ ਇਸ ਤਰ੍ਹਾਂ ਹੀ ਕਰਦੇ ਹਾਂ। ਵਜ਼ੀਰ ਨੂੰ ਇਸ ਤਰ੍ਹਾਂ ਧੀਰਜ ਦੇ ਕੇ ਗੁਰੂ ਜੀ ਆਪਣੇ ਡੇਰੇ ਦੇ ਪਾਸ ਹੀ ਇੱਕ ਰੇਤਲਾ ਟਿੱਬਾ ਵੇਖ ਕੇ ਉੱਥੇ ਬਾਲਕਾਂ ਵਾਂਗੂ ਰੇਤ ਨਾਲ ਖੇਡਣ ਲੱਗ ਪਏ। ਆਪਣੇ ਕੋਮਲ ਸੁੰਦਰ ਹੱਥਾਂ ਨਾਲ ਰੇਤ ਇਕੱਠੀ ਕਰਕੇ ਇੱਕ ਉੱਚੀ ਢੇਰੀ ਕਰ ਦਿੱਤੀ ਤੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਜਿਹੜਾ ਸਿੱਖ ਸਾਡੇ ਦਰਸ਼ਨ ਕਰਨਾ ਚਾਹੇ ਉਹ ਇੱਥੇ ਭਾਵਨਾ ਨਾਲ ਆ ਕੇ ਨਮਸਕਾਰ ਕਰਕੇ ਸਾਡੇ ਵਾਸਤੇ ਜੋ ਭੇਟਾ ਲਿਆਂਦੀ ਹੋਵੇ ਉਹ ਅਰਪਣ ਕਰ ਦੇਵੇ। ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ। ਇੱਥੋਂ ਅੱਗੇ ਸਾਡੇ ਪਿੱਛੇ ਕੋਈ ਸਿੱਖ ਨਾ ਆਵੇ। ਇਹ ਬਚਨ ਕਰਕੇ ਆਪ ਜੀ ਨੇ ਉਸ ਰੇਤ ਢੇਰੀ ਉੱਤੇ ਇੱਕ ਝੰਡਾ ਖੜਾ ਕਰ ਦਿੱਤਾ ਤੇ ਕੁਝ ਮਸੰਦ ਸਿੱਖਾਂ ਨੂੰ ਉੱਥੇ ਰਹਿਣ ਵਾਸਤੇ ਨਿਯਤ ਕਰ ਦਿੱਤਾ ਤੇ ਕਿਹਾ ਕਿ ਇੱਥੇ ਜੋ ਸਿੱਖ ਕਾਰ ਭੇਟਾ ਲੈ ਕੇ ਆਵੇ ਉਸ ਦੀ ਅਰਦਾਸ ਕਰਕੇ ਕਾਰ ਭੇਟਾ ਗੁਰੂ ਕੇ ਲੰਗਰ ਵਾਸਤੇ ਸਾਡੇ ਪਾਸ ਭੇਜ ਦਿਆ ਕਰਨੀ। ਦੂਸਰੇ ਦਿਨ ਜਦ ਸਤਿਗੁਰੂ ਜੀ ਪੰਜੋਖਰੇ ਤੋਂ ਤੁਰ ਪਏ ਤਾਂ ਦਿਨੇ ਦਿਨੇ ਸਾਰਾ ਮਹੀਨ ਤੁਰਿਆ ਜਾਵੇ ਅਤੇ ਰਸਤੇ ਵਿੱਚ ਜਿੱਥੇ ਰਾਤ ਪਵੇ ਉੱਥੇ ਡੇਰਾ ਕਰ ਲੈਣਾ। ਇਸ ਤਰ੍ਹਾਂ ਚੱਲਦਿਆਂ ਰਸਤੇ ਵਿੱਚ ਇੱਕ ਪਿੰਡ ਆਇਆ। ਵੇਖ ਕੇ ਗੁਰੂ ਜੀ ਨੇ ਉੱਥੇ ਡੇਰਾ ਕਰ ਦਿੱਤਾ। ਉਸ ਪਿੰਡ ਵਿੱਚ ਇੱਕ ਬਹੁਤ ਵਿਦਵਾਨ ਪੰਡਿਤ ਰਹਿੰਦਾ ਸੀ ਜਿਸ ਨੂੰ ਆਪਣੀ ਵਿੱਦਿਆ ਦਾ ਬਹੁਤ ਹੰਕਾਰ ਸੀ। ਉਸਨੂੰ ਜਿਹੜਾ ਵੀ ਕੋਈ ਵਿਦਵਾਨ ਮਿਲਦਾ ਸੀ ਉਹ ਉਸ ਨਾਲ ਹੀ ਸੰਵਾਦ ਕਰਨ ਲੱਗ ਜਾਂਦਾ ਸੀ। ਉਸਨੇ ਸੁਭਾਵਿਕ ਹੀ ਗੁਰੂ ਜੀ ਦਾ ਡੇਰਾ ਵੇਖ ਕੇ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਕਿਸ ਦਾ ਡੇਰਾ ਹੈ। ਸਿੱਖ ਨੇ ਕਿਹਾ ਕਿ ਇਹ ਡੇਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਹੈ। ਆਪ ਜੀ ਈਸ਼ਵਰ ਅਵਤਾਰ ਸ੍ਰੀ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹਨ। ਪੰਡਿਤ ਨੇ ਕਿਹਾ, ਵੇਖੋ ਕਿੰਨਾ ਉੱਚਾ ਨਾਮ ਹੈ, ਫਿਰ ਆਪਣੇ ਆਪ ਨੂੰ ਈਸ਼ਵਰ ਅਵਤਾਰ ਅਖਵਾਉਂਦੇ ਹਨ। ਇਹ ਤਾਂ ਬੜਾ ਭਾਰਾ ਦੋਸ਼ ਹੈ। ਈਸ਼ਵਰ ਅਵਤਾਰ ਤਾਂ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਗੀਤਾ ਉਚਾਰੀ ਸੀ। ਜੇਕਰ ਇਹ ਵੀ ਈਸ਼ਵਰ ਅਵਤਾਰ ਹਨ ਤਾਂ ਮੈਨੂੰ ਗੀਤਾ ਦੇ ਅਰਥ ਕਰਕੇ ਦੱਸਣ। ਸਿੱਖ ਨੇ ਕਿਹਾ, ਗੁਰੂ ਜੀ ਬੜੀ ਕਰਨੀ ਵਾਲੇ ਹਨ। ਪੰਡਿਤ ਨੇ ਪੁੱਛਿਆ, ਇਹਨਾਂ ਦੀ ਉਮਰ ਕਿੰਨੀ ਕੁ ਹੈ? ਸਿੱਖ ਨੇ ਕਿਹਾ, ਇਸ ਸਮੇਂ 5-6 ਸਾਲ ਦੇ ਹਨ। ਪੰਡਿਤ ਨੇ ਹੱਸ ਕੇ ਤਰਕ ਨਾਲ ਕਿਹਾ, 5-6 ਸਾਲ ਦੀ ਉਮਰ ਤੇ ਗੁਰੂ, ਫਿਰ ਕਰਨੀ ਵਾਲੇ ਤੇ ਨਾਮ ਸ੍ਰੀ ਹਰਿਕ੍ਰਿਸ਼ਨ ਜੀ, ਮੈਨੂੰ ਇਹਨਾਂ ਦੇ ਦਰਸ਼ਨ ਤਾਂ ਕਰਾਓ। ਸਿੱਖ ਗੁਰੂ ਜੀ ਤੋਂ ਆਗਿਆ ਲੈ ਕੇ ਪੰਡਿਤ ਨੂੰ ਆਪ ਜੀ ਦੇ ਪਾਸ ਲੈ ਆਇਆ। ਪੰਡਿਤ ਨੇ ਆਪ ਜੀ ਦੇ ਪ੍ਰਭਾਵਸ਼ਾਲੀ ਚਿਹਰੇ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਆਓ ਪੰਡਿਤ ਜੀ ਬੈਠ ਜਾਓ, ਦੱਸੋ ਤੁਹਾਨੂੰ ਕੀ ਸ਼ੰਕਾ ਹੈ?
ਪੰਡਤ ਨੇ ਕਿਹਾ, ਤੁਹਾਡਾ ਨਾਮ ਬੜਾ ਉੱਚਾ ਸੁਣਿਆ ਹੈ ਅਤੇ ਆਪ ਜੀ ਦੇ ਮਸਤਕ ਦਾ ਤੇਜ ਵੀ ਕੁਝ ਐਸਾ ਹੀ ਪ੍ਰਤੀਤ ਹੁੰਦਾ ਹੈ। ਪਰ ਮੇਰੀ ਸ਼ੰਕਾ ਇਹ ਹੈ ਕਿ ਈਸ਼ਵਰ ਅਵਤਾਰ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਜਿਹੜੀ ਗੀਤਾ ਰਚੀ ਸੀ, ਆਪ ਉਸ ਦੇ ਅਰਥ ਕਰਕੇ ਮੈਨੂੰ ਸੁਣਾ ਦਿਓ ਤਾਂ ਮੈਂ ਮੰਨ ਜਾਵਾਂਗਾ ਕਿ ਆਪ ਵੀ ਠੀਕ ਹੀ ਈਸ਼ਵਰ ਅਵਤਾਰ ਅਤੇ ਵੱਡੇ ਨਾਮ ਵਾਲੇ ਹੋ। ਗੁਰੂ ਜੀ ਨੇ ਕਿਹਾ, ਪੰਡਤ ਜੀ, ਜੇਕਰ ਅਸਾਂ ਤੁਹਾਨੂੰ ਗੀਤਾ ਦੇ ਅਰਥ ਸੁਣਾ ਦਿੱਤੇ ਤਾਂ ਤੁਹਾਡੀ ਸ਼ੰਕਾ ਫਿਰ ਵੀ ਦੂਰ ਨਹੀਂ ਹੋਵੇਗੀ, ਕਿਉਂਕਿ ਤੁਸੀਂ ਇਹ ਖਿਆਲ ਕਰ ਲਵੋਗੇ ਕਿ ਅਮੀਰਾਂ ਦੇ ਪੁੱਤਰ ਛੋਟੀ ਉਮਰ ਵਿੱਚ ਪੜ੍ਹ ਜਾਂਦੇ ਹਨ। ਇਸ ਕਰਕੇ ਤੁਸੀਂ ਆਪਣੇ ਨਗਰ ਵਿੱਚੋਂ ਕਿਸੇ ਅਨਪੜ੍ਹ ਆਦਮੀ ਨੂੰ ਲੈ ਆਓ, ਉਸ ਪਾਸੋਂ ਤੁਹਾਨੂੰ ਗੀਤਾ ਦੇ ਅਰਥ ਸੁਣਾ ਦਿੰਦੇ ਹਾਂ। ਗੁਰੂ ਜੀ ਦੀ ਇਹ ਗੱਲ ਸੁਣ ਕੇ ਪੰਡਤ ਬੜਾ ਹੈਰਾਨ ਹੋਇਆ ਤੇ ਵਿਚਾਰਿਆ, ਇਹ ਗੱਲ ਜ਼ਰੂਰ ਪਰਤਾਉਣੀ ਚਾਹੀਦੀ ਹੈ। ਪੰਡਤ ਜੀ ਉੱਠ ਕੇ ਨਗਰ ਵੱਲ ਚੱਲ ਪਏ ਅਤੇ ਪਿੰਡ ਦੇ ਇੱਕ ਅਨਪੜ੍ਹ ਸਿੱਧੇ ਸਾਦੇ ਝੀਵਰ ਨੂੰ ਲੈ ਕੇ ਗੁਰੂ ਜੀ ਪਾਸ ਆਣ ਕੇ ਕਿਹਾ, ਇਸ ਪਾਸੋਂ ਗੀਤਾ ਦੇ ਅਰਥ ਸੁਣਾਓ। ਗੁਰੂ ਜੀ ਨੇ ਝੀਰ ਦੇ ਹੱਥ ਮੂੰਹ ਧੁਆ ਕੇ ਆਸਣ ਉੱਤੇ ਬਿਠਾ ਕੇ ਆਪਣੇ ਹੱਥ ਦੀ ਛੜੀ ਉਸਦੇ ਸਿਰ ਤੇ ਰੱਖ ਕੇ ਕਿਹਾ, ਪੰਡਤ ਜੀ ਨੂੰ ਗੀਤਾ ਦੇ ਅਰਥ ਕਰਕੇ ਸੁਣਾਓ। ਇਹਨਾਂ ਪ੍ਰਸ਼ਨਾਂ ਦਾ ਉੱਤਰ ਵੀ ਸ਼ਾਸਤਰ ਅਨੁਸਾਰ ਦੇਣਾ। ਗੁਰੂ ਜੀ ਦੇ ਇਸ ਬਚਨ ਨਾਲ ਸਿਰ ਤੇ ਛੜੀ ਰੱਖਣ ਨਾਲ ਝੀਵਰ 14 ਵਿੱਦਿਆ ਦਾ ਗਿਆਤਾ ਹੋ ਗਿਆ। ਉਸਨੇ ਪੰਡਤ ਜੀ ਨੂੰ ਕਿਹਾ, ਗੀਤਾ ਦੇ ਜਿਸ ਸਲੋਕ ਦੇ ਅਰਥ ਸੁਣਨਾ ਚਾਹੋ ਉਹੀ ਸੁਣ ਲਵੋ। ਪੰਡਤ ਨੇ ਗੀਤਾ ਦੇ ਇੱਕ ਦੋ ਸਲੋਕ ਪੜ੍ਹ ਕੇ ਆਖਿਆ ਕਿ ਇਹਨਾਂ ਦੇ ਅਰਥ ਸੁਣਾਓ। ਤਦ ਝੀਵਰ ਨੇ ਉਹਨਾਂ ਸਲੋਕਾਂ ਦੇ ਯਥਾਰਥ ਅਰਥ ਕਰਕੇ ਪੰਡਤ ਨੂੰ ਸੁਣਾਏ, ਜਿਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਰਹਿ ਗਿਆ। ਝੀਵਰ ਵਿੱਚ ਇਹ ਸਾਰੀ ਸ਼ਕਤੀ ਗੁਰੂ ਜੀ ਦੀ ਦਾਤ ਸਮਝ ਕੇ ਪੰਡਤ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਉਸ ਦੀ ਸੱਚੀ ਸ਼ਰਧਾ ਵੇਖ ਕੇ ਉਸ ਨੂੰ ਸਤਿਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਉਪਰੰਤ ਝੀਵਰ ਜਦ ਆਪਣੇ ਆਸਣ ਤੋਂ ਉੱਠ ਕੇ ਬਾਹਰ ਹੋਇਆ ਤਾਂ ਫੇਰ ਪਹਿਲਾਂ ਵਾਂਗ ਹੀ ਇੱਕ ਅਨਪੜ੍ਹ ਸਧਾਰਨ ਪੁਰਸ਼ ਹੋ ਗਿਆ। ਬਾਲਕ ਗੁਰੂ ਜੀ ਦਾ ਇਹ ਕੌਤਕ ਤੇ ਸ਼ਕਤੀ ਵੇਖ ਕੇ ਰਾਜਾ ਜੈ ਸਿੰਘ ਦਾ ਵਜ਼ੀਰ ਵੀ ਗੁਰੂ ਜੀ ਦਾ ਬਹੁਤ ਸ਼ਰਧਾਲੂ ਹੋਇਆ। ਇਸ ਨਗਰ ਤੋਂ ਚੱਲ ਕੇ ਜਦ ਕੁਝ ਦਿਨਾਂ ਉਪਰੰਤ ਗੁਰੂ ਜੀ ਦਿੱਲੀ ਪਹੁੰਚ ਗਏ ਤਾਂ ਰਾਜੇ ਜੈ ਸਿੰਘ ਨੇ ਬੜਾ ਸਤਿਕਾਰ ਤੇ ਆਪ ਜੀ ਨੂੰ ਆਪਣੇ ਬੰਗਲੇ ਵਿੱਚ ਉਤਾਰਾ ਦਿੱਤਾ। ਜਦ ਦਿੱਲੀ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਬਹੁਤ ਸ਼ਰਧਾ ਤੇ ਪ੍ਰੇਮ ਨਾਲ ਭੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਈਆਂ। ਸੰਧਿਆ ਤੱਕ ਗੁਰੂ ਜੀ ਪਾਸ ਭੇਟਾ ਦੇ ਢੇਰ ਲੱਗ ਗਏ। ਉਸ ਸਮੇਂ ਦਿੱਲੀ ਵਿੱਚ ਬਿਮਾਰੀ ਪਈ ਹੋਈ ਸੀ ਤੇ ਸੈਂਕੜੇ ਬਿਮਾਰ ਲੋਕ ਮੰਜਿਆਂ ਉੱਤੇ ਪਏ ਹੋਏ ਸਨ। ਜਿਸ ਨੇ ਵੀ ਗੁਰੂ ਜੀ ਦਾ ਨਿਵਾਸ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਸੁਣਿਆ, ਉਹੀ ਆਪਣੇ ਬਿਮਾਰਾਂ ਨੂੰ ਚੁੱਕ ਕੇ ਗੁਰੂ ਜੀ ਪਾਸ ਲੈ ਆਇਆ। ਗੁਰੂ ਜੀ ਨੇ ਸਭ ਨੂੰ ਆਪਣੇ ਚਰਨਾਂ ਦਾ ਚਰਨਾਮ੍ਰਿਤ ਦੇ ਕੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਤਾਂ ਸਭ ਰੋਗੀਆਂ ਦੇ ਰੋਗ ਦੂਰ ਹੋ ਗਏ। ਸਭ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਗਿਆ ਲੈ ਕੇ ਨੌ ਬਰ-ਨੌ ਹੋ ਕੇ ਘਰਾਂ ਨੂੰ ਚਲੇ ਗਏ। ਜਦ 2-3 ਦਿਨ ਬੀਤ ਗਏ ਤਾਂ ਰਾਜਾ ਜੈ ਸਿੰਘ ਗੁਰੂ ਜੀ ਤੋਂ ਆਗਿਆ ਲੈ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਗਿਆ ਅਤੇ ਦੱਸਿਆ ਕਿ ਗੁਰੂ ਜੀ ਮੇਰੇ ਪਾਸ ਦਿੱਲੀ ਆ ਗਏ ਹਨ। ਉਹਨਾਂ ਦਾ ਉਤਾਰਾ ਮੈਂ ਆਪਣੇ ਬੰਗਲੇ ਵਿੱਚ ਹੀ ਕਰਾਇਆ ਹੈ। ਫਿਰ ਰਾਜਾ ਜੈ ਸਿੰਘ ਨੇ ਦੱਸਿਆ ਕਿ ਗੁਰੂ ਜੀ ਨੇ ਆਪਣੇ ਚਰਨਾਮ੍ਰਿਤ ਦੇ ਕੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਹਜ਼ਾਰਾਂ ਦਿੱਲੀ ਨਿਵਾਸੀ ਬਿਮਾਰਾਂ ਦੇ ਦੁੱਖ ਦੂਰ ਕਰ ਦਿੱਤੇ ਹਨ। ਜਦ ਲੋਕਾਂ ਨੇ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਉਹ ਆਪਣੇ ਮਰੀਜ਼ਾਂ ਦੇ ਮੰਜੇ ਚੁੱਕ ਕੇ ਗੁਰੂ ਜੀ ਪਾਸ ਲੈ ਆਏ। ਗੁਰੂ ਜੀ ਨੇ ਹਰ ਇੱਕ ਬਿਮਾਰ ਨੂੰ ਆਪਣੇ ਚਰਨਾਂ ਦਾ ਛੂਹਿਆ ਹੋਇਆ ਜਲ ਦਿੱਤਾ ਅਤੇ ਨਜ਼ਰ ਸਵੱਲੀ ਕਰ ਕੇ ਆਖਿਆ, ਜਾਓ, ਤੁਹਾਡਾ ਦੁੱਖ ਕਰਤਾਰ ਨੇ ਦੂਰ ਕਰ ਦਿੱਤਾ ਹੈ। ਇਸ ਤਰ੍ਹਾਂ ਸਾਰੇ ਬਿਮਾਰ ਰਾਜੀ ਹੋ ਕੇ ਉਹਨਾਂ ਨੇ ਘਰ ਭੇਜ ਦਿੱਤੇ। ਫਿਰ ਰਾਜਾ ਜੈ ਸਿੰਘ ਨੇ ਆਪਣੇ ਵਜ਼ੀਰ ਪਾਸੋਂ ਸੁਣ ਕੇ ਮੂਰਖ ਅਨਪੜ੍ਹ ਝੀਵਰ ਦੀ ਗੀਤਾ ਦੇ ਅਰਥ ਕਰਨ ਵਾਲੀ ਵਾਰਤਾ ਵੀ ਬਾਦਸ਼ਾਹ ਨੂੰ ਦੱਸੀ ਅਤੇ ਇਹ ਵੀ ਦੱਸਿਆ ਕਿ ਗੁਰੂ ਜੀ ਨੇ ਕਿਹਾ ਹੈ ਕਿ ਅਸਾਂ ਬਾਦਸ਼ਾਹ ਦੇ ਸਾਹਮਣੇ ਹੋ ਕੇ ਮੇਲ ਮੁਲਾਕਾਤ ਨਹੀਂ ਕਰਨੀ। ਬਾਦਸ਼ਾਹ ਔਰੰਗਜ਼ੇਬ ਨੇ ਜੈ ਸਿੰਘ ਤੋਂ ਇਹ ਗੱਲ ਸੁਣ ਕੇ ਆਪਣੇ ਉਮਰਾਮ ਹੱਥ 1000 ਰੁਪਇਆ ਭੇਟਾ ਵਜੋਂ ਗੁਰੂ ਜੀ ਨੂੰ ਭੇਜਿਆ। ਉਮਰਾਮ ਨੇ ਰਾਜਾ ਜੈ ਸਿੰਘ ਨਾਲ ਆਣ ਕੇ ਬਾਦਸ਼ਾਹ ਵੱਲੋਂ ਭੇਟਾ ਗੁਰੂ ਜੀ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ ਅਤੇ ਕਿਹਾ, ਬਾਦਸ਼ਾਹ ਸਲਾਮਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਗੁਰੂ ਜੀ ਨੇ ਕਿਹਾ, ਅਸੀਂ ਇੱਥੇ ਰਾਜਾ ਜੈ ਸਿੰਘ ਦੇ ਪ੍ਰੇਮ ਵਸ ਹੋ ਕੇ ਆਏ ਹਾਂ। ਬਾਦਸ਼ਾਹ ਪਾਸ ਜਾਣ ਦਾ ਸਾਡਾ ਕੋਈ ਪ੍ਰਯੋਜਨ ਨਹੀਂ ਹੈ, ਪਰੰਤੂ ਜੇਕਰ ਬਾਦਸ਼ਾਹ ਨੇ ਕਰਾਮਾਤ ਵੇਖਣੀ ਹੈ ਤਾਂ ਇਸ ਕੰਮ ਵਾਸਤੇ ਸਾਡੇ ਵੱਡੇ ਭਾਈ ਰਾਮ ਰਾਏ ਜੀ ਤੁਹਾਡੇ ਪਾਸ ਹਨ। ਉਹਨਾਂ ਪਾਸੋਂ ਤੁਸਾਂ ਪਹਿਲਾਂ ਵੀ ਬਹੁਤ ਕਰਾਮਾਤਾਂ ਵੇਖੀਆਂ ਹਨ ਤੇ ਹੋਰ ਵੀ ਜਿੰਨੀਆਂ ਚਾਹੋ ਉਹ ਤੁਹਾਨੂੰ ਵਿਖਾ ਦੇਣਗੇ। ਜਦ ਇਹ ਸਾਰੀ ਗੱਲ ਕਰਕੇ ਉਮਰਾਮ ਬਾਦਸ਼ਾਹ ਪਾਸ ਆਇਆ ਤਾਂ ਅੱਗੇ ਉੱਥੇ ਰਾਮ ਰਾਏ ਜੀ ਵੀ ਬੈਠੇ ਹੋਏ ਸਨ। ਉਮਰਾਮ ਨੇ ਬਾਦਸ਼ਾਹ ਪਾਸ ਗੁਰੂ ਜੀ ਦੀ ਉਪਮਾ ਕਰਕੇ ਦੱਸਿਆ ਕਿ ਆਪ ਜੀ ਬੜੇ ਗੰਭੀਰ ਅਤੇ ਧੀਰਜਵਾਨ ਹਨ। ਆਪ ਜੀ ਦੇ ਦਰਸ਼ਨ ਕਰਕੇ ਹੀ ਮਨ ਨਿਰਮਲ ਹੋ ਜਾਂਦਾ ਹੈ ਅਤੇ ਸਰੀਰ ਦੇ ਦੁੱਖ ਦੂਰ ਹੋ ਜਾਂਦੇ ਹਨ। ਸ਼੍ਰੀ ਰਾਮ ਰਾਏ ਜੀ ਨੇ ਜਦ ਉਮਰਾਮ ਪਾਸੋਂ ਗੁਰੂ ਜੀ ਦੀ ਉਪਮਾ ਸੁਣੀ ਤਾਂ ਈਰਖਾ ਵਸ ਹੋ ਕੇ ਕ੍ਰੋਧ ਨਾਲ ਬੋਲੇ,
ਉਸਨੇ ਲੋਕਾਂ ਦੇ ਦੁੱਖ ਦੂਰ ਕੀ ਕਰਨੇ ਹਨ, ਉਹ ਤਾਂ ਆਪ ਸ਼ੀਤਲਾ ਦਾ ਖਾਜਾ ਹੈ। ਥੋੜੇ ਦਿਨਾਂ ਤੱਕ ਸ਼ੀਤਲਾ ਨਾਲ ਹੀ ਪ੍ਰਾਣ ਦੇ ਦੇਵੇਗਾ। ਰਾਮ ਰਾਏ ਜੀ ਦੀ ਇਹ ਗੱਲ ਸੁਣ ਕੇ ਸਭ ਉਮਰਾਮ ਤੇ ਬਾਦਸ਼ਾਹ ਹੈਰਾਨ ਹੋ ਗਏ। ਬਾਦਸ਼ਾਹ ਨੇ ਕਿਹਾ, ਤੁਹਾਡਾ ਦੋਹਾਂ ਭਰਾਵਾਂ ਦੀ ਜ਼ੁਬਾਨ ਦੀ ਗੱਲ ਤਲਵਾਰ ਦੇ ਵਾਰ ਸਮਾਨ ਹੈ। ਇਹ ਕਦੀ ਖਾਲੀ ਨਹੀਂ ਜਾਂਦੀ। ਜਦ ਸ਼੍ਰੀ ਹਰਿਕ੍ਰਿਸ਼ਨ ਜੀ ਇਹ ਗੱਲ ਸੁਣਨਗੇ ਤਾਂ ਪਤਾ ਨਹੀਂ ਉਹ ਕੀ ਬਚਨ ਕਰ ਦੇਣਗੇ। ਤੁਸਾਂ ਇਹ ਸਰਾਪ ਦੇ ਕੇ ਬਹੁਤ ਬੁਰਾ ਕੀਤਾ ਹੈ। ਬਾਦਸ਼ਾਹ ਦੀ ਕਚਹਿਰੀ ਵਿੱਚੋਂ ਆਣ ਕੇ ਰਾਜਾ ਜੈ ਸਿੰਘ ਨੇ ਆਪਣੇ ਬੰਗਲੇ ਆ ਕੇ ਗੁਰੂ ਜੀ ਨੂੰ ਦੱਸਿਆ ਕਿ ਬਾਦਸ਼ਾਹ ਨਾਲ ਗੱਲਾਂ ਬਾਤਾਂ ਕਰਦਿਆਂ ਜਦ ਬਾਦਸ਼ਾਹ ਦੇ ਉਮਰਾਮ ਨੇ ਆਪ ਜੀ ਦੀ ਬਹੁਤ ਉਪਮਾ ਕੀਤੀ ਤਾਂ ਰਾਮ ਰਾਏ ਜੀ ਨੇ, ਜੋ ਪਾਸ ਬੈਠੇ ਸੁਣ ਰਹੇ ਸਨ, ਕ੍ਰੋਧ ਨਾਲ ਕਿਹਾ ਕਿ ਸ਼੍ਰੀ ਹਰਿਕ੍ਰਿਸ਼ਨ ਜੀ ਨੇ ਲੋਕਾਂ ਦੇ ਰੋਗ ਕੀ ਦੂਰ ਕਰਨੇ ਹਨ। ਉਹ ਆਪ ਹੀ ਥੋੜੇ ਦਿਨਾਂ ਵਿੱਚ ਸ਼ੀਤਲਾ ਨਾਲ ਬਿਮਾਰ ਹੋ ਕੇ ਚਲਾਣਾ ਕਰ ਜਾਏਗਾ। ਰਾਜੇ ਦੀ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਜੋ ਕਰਤਾਰ ਦਾ ਹੁਕਮ ਹੈ ਅਸੀਂ ਉਸ ਵਿੱਚ ਰਾਜੀ ਹਾਂ। ਪਰ ਰਾਮ ਰਾਏ ਜੀ ਬੇਔਲਾਦ ਹੀ ਰਹਿਣਗੇ ਅਤੇ ਅੰਤ ਨੂੰ ਜਿੰਦਾ ਹੀ ਸੜਨਗੇ। ਦੂਸਰੇ ਦਿਨ ਜਦ ਰਾਜਾ ਜੈ ਸਿੰਘ ਬਾਦਸ਼ਾਹ ਦੀ ਕਚਹਿਰੀ ਵਿੱਚ ਗਿਆ ਤਾਂ ਉਸਨੇ ਬਾਦਸ਼ਾਹ ਨੂੰ ਗੁਰੂ ਜੀ ਦੇ ਕੀਤੇ ਹੋਏ ਵਾਕ ਸੁਣਾਏ। ਜਦ ਬਾਦਸ਼ਾਹ ਨੇ ਰਾਮ ਰਾਏ ਜੀ ਨੂੰ ਦੱਸਿਆ ਤਾਂ ਰਾਮ ਰਾਏ ਜੀ ਵਿੱਚੇ ਵਿੱਚ ਹੀ ਬੜੇ ਕ੍ਰੋਧ ਨਾਲ ਵੱਟ ਖਾਂਦੇ ਰਹੇ। ਦੂਸਰੇ ਦਿਨ ਬਾਦਸ਼ਾਹ ਨੇ ਰਾਜਾ ਜੈ ਸਿੰਘ ਨਾਲ ਆਪਣੇ ਸ਼ਹਿਜ਼ਾਦੇ ਨੂੰ ਗੁਰੂ ਜੀ ਪਾਸ ਭੇਟਾ ਦੇ ਕੇ ਭੇਜਿਆ ਤੇ ਕਿਹਾ, ਮੈਨੂੰ ਇੱਕ ਵਾਰ ਜ਼ਰੂਰ ਦਰਸ਼ਨ ਦਿਓ। ਗੁਰੂ ਜੀ ਨੇ ਕਿਹਾ, ਸਾਡਾ ਪ੍ਰਣ ਹੈ ਕਿ ਅਸਾਂ ਕਿਸੇ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਜਦ ਸ਼ਹਿਜ਼ਾਦੇ ਨੇ ਜਾ ਕੇ ਬਾਦਸ਼ਾਹ ਨੂੰ ਗੁਰੂ ਜੀ ਦਾ ਉੱਤਰ ਦੱਸਿਆ ਤਾਂ ਫਿਰ ਉਸਨੇ ਰਾਜਾ ਜੈ ਸਿੰਘ ਨੂੰ ਕਿਹਾ, ਤੁਸੀਂ ਹੀ ਗੁਰੂ ਜੀ ਨੂੰ ਕਿਸੇ ਤਰ੍ਹਾਂ ਪਰਖਣਾ ਕਰੋ। ਇਹ ਬਾਦਸ਼ਾਹ ਦੀ ਗੱਲ ਰਾਜਾ ਜੈ ਸਿੰਘ ਨੇ ਘਰ ਆਣ ਕੇ ਆਪਣੀ ਰਾਣੀ ਨੂੰ ਦੱਸੀ ਕਿ ਗੁਰੂ ਜੀ ਦੀ ਸ਼ਕਤੀ ਦੀ ਪਰਖ ਕਰਨ ਵਾਸਤੇ ਬਾਦਸ਼ਾਹ ਨੇ ਮੈਨੂੰ ਕਿਹਾ ਹੈ। ਤਾਂ ਰਾਣੀ ਨੇ ਕਿਹਾ, ਕੱਲ੍ਹ ਆਪਣੇ ਮਹਿਲਾਂ ਵਿੱਚ ਗੁਰੂ ਜੀ ਦਾ ਪ੍ਰਸ਼ਾਦ ਵਰਜ ਦਿਓ। ਜਦ ਗੁਰੂ ਜੀ ਮਹਿਲਾਂ ਵਿੱਚ ਆਉਣਗੇ ਤੇ ਮੈਂ ਉਹਨਾਂ ਦੀ ਪਰਖ ਕਰਾਂਗੀ। ਰਾਜੇ ਨੇ ਗੁਰੂ ਜੀ ਨੂੰ ਅਗਲੇ ਦਿਨ ਸਵੇਰ ਦਾ ਪ੍ਰਸ਼ਾਦ ਵਰਜ ਕੇ ਬੇਨਤੀ ਕੀਤੀ ਕਿ ਆਪ ਮਹਿਲਾਂ ਵਿੱਚ ਚਰਨ ਪਾ ਕੇ ਪਵਿੱਤਰ ਕਰੋ ਅਤੇ ਨਾਲ ਰਾਣੀਆਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਜਦ ਗੁਰੂ ਜੀ ਨੇ ਰਾਜੇ ਦੇ ਮਹਿਲਾਂ ਵਿੱਚ ਪ੍ਰਸ਼ਾਦ ਛਕਣ ਦੀ ਪ੍ਰਵਾਨਗੀ ਦੇ ਦਿੱਤੀ ਤਾਂ ਰਾਣੀ ਨੇ ਭੋਜਨ ਦੀ ਤਿਆਰੀ ਕਰਕੇ ਗੁਰੂ ਜੀ ਨੂੰ ਪਰਖਣ ਵਾਸਤੇ ਆਪਣੀਆਂ ਟਹਿਲਣਾਂ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ ਅਤੇ ਆਪ ਸਧਾਰਨ ਕੱਪੜੇ ਪਹਿਨ ਕੇ ਉਹਨਾਂ ਦੇ ਵਿੱਚ ਬੈਠ ਗਈ। ਇਸ ਤਰ੍ਹਾਂ ਕਰਕੇ ਰਾਣੀ ਦੇ ਮਨ ਵਿੱਚ ਇਹ ਧਾਰਨਾ ਕਰ ਲਈ ਕਿ ਜੇਕਰ ਗੁਰੂ ਜੀ ਅੰਤਰਜਾਮੀ ਤਥਾ ਸ਼ਕਤੀਵਾਨ ਹੋਏ ਤਾਂ ਉਹ ਆਪੇ ਮੇਰੀ ਗੋਦੀ ਵਿੱਚ ਆਣ ਕੇ ਬੈਠ ਜਾਣਗੇ। ਫਿਰ ਮੈਂ ਉਹਨਾਂ ਨੂੰ ਸ਼ਕਤੀਵਾਨ ਮੰਨ ਕੇ ਪੈਰੀ ਪੈ ਜਾਵਾਂਗੀ। ਸਭ ਤਿਆਰੀ ਕਰਕੇ ਰਾਜੇ ਨੇ ਆਪਣਾ ਆਦਮੀ ਭੇਜ ਕੇ ਗੁਰੂ ਜੀ ਨੂੰ ਆਪਣੇ ਮਹਿਲਾਂ ਵਿੱਚ ਪ੍ਰਸ਼ਾਦ ਛਕਣ ਵਾਸਤੇ ਬੁਲਾ ਲਿਆ। ਮਹਿਲਾਂ ਵਿੱਚ ਜਾ ਕੇ ਜਦ ਗੁਰੂ ਜੀ ਨੇ ਵੇਖਿਆ ਕਿ ਅੱਗੇ ਕਈ ਰਾਣੀਆਂ ਬੈਠੀਆਂ ਹਨ ਤਾਂ ਆਪ ਜੀ ਨੇ ਆਪਣੇ ਹੱਥ ਦੀ ਛੜੀ ਹਰ ਇੱਕ ਦੇ ਇੱਕ ਟਹਿਲਣ ਦੇ ਸਿਰ ਤੇ ਵਾਰੀ-ਵਾਰੀ ਰੱਖ ਕੇ ਆਖਿਆ, ਇਹ ਵੀ ਰਾਣੀ ਨਹੀਂ, ਇਹ ਵੀ ਨਹੀਂ, ਇਹ ਵੀ ਰਾਣੀ ਨਹੀਂ। ਪਰ ਜਦ ਰਾਣੀ ਪਾਸ ਗਏ ਤਾਂ ਉਸ ਦੇ ਸਿਰ ਤੇ ਛੜੀ ਰੱਖ ਕੇ ਕਿਹਾ, ਤੂੰ ਰਾਣੀ ਹੈ। ਇਹ ਗੱਲ ਸੁਣ ਕੇ ਰਾਣੀ ਗਦ-ਗਦ ਹੋ ਗਈ ਅਤੇ ਗੁਰੂ ਜੀ ਦੇ ਚਰਨ ਫੜ ਕੇ ਪ੍ਰੇਮ ਨਾਲ ਆਪਣੀ ਗੋਦੀ ਵਿੱਚ ਬਿਠਾ ਲਿਆ। ਗੁਰੂ ਜੀ ਨੇ ਕਿਹਾ, ਗੁਰੂ ਘਰ ਦੀ ਪ੍ਰੀਖਿਆ ਨਹੀਂ ਕਰਨੀ ਚਾਹੀਦੀ, ਪੂਰਨ ਸ਼ਰਧਾ ਰੱਖਣੀ ਚਾਹੀਦੀ ਹੈ। ਗੁਰੂ ਜੀ ਦੇ ਇਹ ਬਚਨ ਸੁਣ ਕੇ ਰਾਣੀ ਨੇ ਗੁਰੂ ਜੀ ਦੇ ਚਰਨਾਂ ਤੇ ਦੀਨ ਹੋ ਕੇ ਮੱਥਾ ਟੇਕਿਆ ਤੇ ਪਰਖ ਕਰਨ ਵਾਲੀ ਆਪਣੀ ਗੱਲ ਦੀ ਮਾਫ਼ੀ ਮੰਗੀ। ਉਪਰੰਤ ਰਾਜੇ ਤੇ ਰਾਣੀ ਨੇ ਗੁਰੂ ਜੀ ਨੂੰ ਅਤੇ ਮਾਤਾ ਜੀ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦ ਛਕਾਇਆ ਅਤੇ ਜਵਾਹਰਾਤ ਦਾ ਥਾਲ ਭਰ ਕੇ ਗੁਰੂ ਜੀ ਦੀ ਭੇਟਾ ਕੀਤਾ। ਗੁਰੂ ਜੀ ਨੇ ਪ੍ਰਸੰਨ ਹੋ ਕੇ ਰਾਜ ਭਾਗ ਦਾ ਸੁੱਖ ਭੋਗਣ ਦੇ ਵਰ ਦਿੱਤੇ। ਡੇਰੇ ਆ ਕੇ ਗੁਰੂ ਜੀ ਨੂੰ ਬੁਖਾਰ ਹੋ ਗਿਆ, ਜਿਸ ਨਾਲ ਮਾਤਾ ਜੀ ਅਤੇ ਸਿੱਖਾਂ ਨੂੰ ਬੜੀ ਚਿੰਤਾ ਲੱਗ ਗਈ। ਦੂਸਰੇ ਦਿਨ ਹੀ ਗੁਰੂ ਜੀ ਨੂੰ ਸ਼ੀਤਲਾ ਨਿਕਲ ਆਈ, ਜਿਸ ਕਰਕੇ ਮਾਤਾ ਜੀ ਨੂੰ ਹੋਰ ਵੀ ਚਿੰਤਾ ਵੱਧ ਗਈ। ਜਦ 1-2 ਦਿਨ ਬਿਮਾਰੀ 'ਚ ਕੋਈ ਫਰਕ ਨਾ ਪਿਆ ਤਾਂ ਇਸ ਨੂੰ ਛੂਤ ਦੀ ਬਿਮਾਰੀ ਸਮਝ ਕੇ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਛੱਡ ਕੇ ਆਪ ਜੀ ਨੇ ਜਮਨਾ ਦੇ ਕਿਨਾਰੇ ਤੰਬੂ ਕਨਾਤਾਂ ਲਗਵਾ ਕੇ ਡੇਰਾ ਕੀਤਾ। ਜਮਨਾ ਦੇ ਕਿਨਾਰੇ ਪਹੁੰਚ ਕੇ ਗੁਰੂ ਜੀ ਨੂੰ 2 ਦਿਨ ਤੇ 2 ਰਾਤਾਂ ਬਹੁਤ ਕਸ਼ਟ ਰਿਹਾ। ਆਪ ਜੀ ਦੀ ਹਾਲਤ ਬਹੁਤ ਖਰਾਬ ਹੋਈ ਵੇਖ ਕੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸੰਗਤ ਵਾਸਤੇ ਕੀ ਹੁਕਮ ਹੈ? ਗੁਰੂ ਜੀ ਨੇ ਫਰਮਾਇਆ, ਗੁਰਬਾਣੀ ਦਾ ਪਾਠ ਅਤੇ ਗੁਰੂ ਨਾਨਕ ਜੀ ਦੇ ਚਰਨਾਂ ਦਾ ਧਿਆਨ ਕਰੋ। ਭਾਈ ਗੁਰਬਖਸ਼ ਨੇ ਕਿਹਾ, ਸੱਚੇ ਪਾਤਸ਼ਾਹ, ਗੁਰਗੱਦੀ ਘਰ-ਘਰ ਲੱਗ ਜਾਵੇਗੀ, ਇਸ ਕਰਕੇ ਸੰਗਤ ਦੀ ਬਾਂਹ ਕਿਸੇ ਨੂੰ ਫੜਾਓਗੇ, ਉਹ ਸੰਗਤ ਨੂੰ ਦੱਸ ਦਿਓ। ਕੁਝ ਸਮੇਂ ਉਪਰੰਤ ਗੁਰੂ ਜੀ ਨੇ ਸੋਚ ਵਿਚਾਰ ਕਰਕੇ ਆਪਣੀ ਮੁਖੀ ਮਸੰਦ ਭਾਈ ਗੁਰਬਖਸ਼ ਨੂੰ ਆਖ ਕੇ ਇੱਕ ਨਾਰੀਅਲ ਦੇ 5 ਪੈਸੇ ਇੱਕ ਥਾਲ ਵਿੱਚ ਰਖਵਾ ਕੇ ਮੰਗਾ ਲਏ। ਥਾਲ ਨੂੰ ਆਪਣੇ ਹੱਥ ਵਿੱਚ ਫੜ ਕੇ ਮੱਥਾ ਟੇਕ ਦਿੱਤਾ ਅਤੇ ਕਿਹਾ, ਗੁਰੂ ਬਾਬਾ ਬਕਾਲੇ,
ਗੁਰਬਖਸ਼ ਨੇ ਬੇਨਤੀ ਕੀਤੀ, ਮਹਾਰਾਜ ਉਹਨਾਂ ਦਾ ਨਾਂ ਵੀ ਦੱਸ ਦਿਓ, ਨਹੀਂ ਤਾਂ ਸੰਗਤਾਂ ਵਿੱਚ ਰੌਲਾ ਪੈ ਜਾਵੇਗਾ ਕਿ ਗੁਰੂ ਬਾਬਾ ਬਕਾਲੇ ਕਿਹੜਾ ਹੈ। ਗੁਰੂ ਜੀ ਨੇ ਕਿਹਾ, ਬਾਬਾ ਵਸੈ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸ਼ਕਲ ਸਮਾਲੇ। ਇਤਨੇ ਵਚਨ ਕਰਕੇ ਆਪ ਜੀ ਦੀ ਕੁਸ਼ਾ ਦੇ ਆਸਣ ਉੱਤੇ ਚਾਦਰ ਤਾਣ ਕੇ ਲੰਮੇ ਪੈ ਗਏ ਅਤੇ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ। ਇਹ ਖਬਰ ਸੁਣ ਕੇ ਦਿੱਲੀ ਦੇ ਸਿੱਖ ਸੇਵਕਾਂ ਵਿੱਚ ਹਾਹਾਕਾਰ ਮਚ ਗਈ ਅਤੇ ਸਭ ਨੇ ਬੜਾ ਭਾਰੀ ਸ਼ੋਕ ਮਨਾਇਆ। ਜਦ ਪਾਤਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਜੀ ਸਮਾ ਗਏ ਹਨ, ਤਾਂ ਉਸਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਮੇਰੇ ਆਏ ਤੋਂ ਬਿਨਾਂ ਗੁਰੂ ਜੀ ਦਾ ਸੰਸਕਾਰ ਨਾ ਕਰਨਾ, ਮੈਂ ਆ ਰਿਹਾ ਹਾਂ। ਉਪਰੰਤ ਰਾਜਾ ਜੈ ਸਿੰਘ ਨਾਲ ਲੈ ਕੇ ਪਾਤਸ਼ਾਹ ਜਮਨਾ ਕਿਨਾਰੇ ਜਿੱਥੇ ਗੁਰੂ ਜੀ ਸਮਾਏ ਸਨ ਉੱਥੇ ਪਹੁੰਚ ਗਿਆ। ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ, ਬਾਲਕ ਗੁਰੂ ਜੀ ਦੇ ਮੂੰਹ ਤੋਂ ਚਾਦਰ ਚੁੱਕੋ, ਮੈਂ ਇਹਨਾਂ ਦੇ ਹੁਣ ਹੀ ਦਰਸ਼ਨ ਕਰ ਲਵਾਂ। ਬਾਦਸ਼ਾਹ ਦੇ ਆਖਣ ਕਰਕੇ ਗੁਰਬਖਸ਼ ਮਸੰਦ ਨੇ ਗੁਰੂ ਜੀ ਦੇ ਮੂੰਹ ਤੋਂ ਚਾਦਰ ਚੁੱਕ ਦਿੱਤੀ। ਜਦ ਬਾਦਸ਼ਾਹ ਨੇੜੇ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਨ ਲੱਗਾ ਤਾਂ ਉਹਨੂੰ ਗੁਰੂ ਜੀ ਦਾ ਮੂੰਹ ਨਜ਼ਰ ਨਾ ਆਇਆ, ਸਗੋਂ ਉਸਦੀ ਥਾਂ ਇੱਕ ਡੂੰਘਾ ਟੋਆ ਦਿਸਿਆ। ਬਾਦਸ਼ਾਹ ਨੇ ਜਦ ਟੋਏ ਵਿੱਚ ਝਾਤੀ ਮਾਰੀ ਤਾਂ ਉਸਨੂੰ ਕੋਈ ਅਜਿਹੀ ਭਿਆਨਕ ਚੀਜ਼ ਨਜ਼ਰ ਆਈ, ਜਿਸਨੂੰ ਵੇਖ ਕੇ ਉਹ ਪਿੱਛੇ ਹਟ ਗਿਆ ਤੇ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਕਰਨ ਦਾ ਹੁਕਮ ਦੇ ਕੇ ਰਾਜਾ ਜੈ ਸਿੰਘ ਨਾਲ ਆਪਣੇ ਮਹਿਲਾਂ ਨੂੰ ਚਲਿਆ ਗਿਆ। ਉਪਰੰਤ ਸਿੱਖਾਂ ਨੇ ਚੰਦਨ ਦੀ ਚਿਖਾ ਤਿਆਰ ਕਰਕੇ ਗੁਰੂ ਜੀ ਦੇ ਪੰਜ ਭੌਤਿਕ ਸਰੀਰ ਦਾ ਸੰਸਕਾਰ ਕਰ ਦਿੱਤਾ। ਮਾਤਾ ਕਿਸ਼ਨ ਕੌਰ ਜੀ ਨੇ ਡੇਰੇ ਆ ਕੇ ਕੀਰਤਨ ਕਰਵਾਇਆ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ। ਸਭ ਸਿੱਖ ਸੰਗਤਾਂ ਨੂੰ ਥਾਂ ਧੀਰਜ ਦਿੱਤੀ ਅਤੇ ਕਰਤਾਰ ਦਾ ਭਾਣਾ ਮੰਨਣ ਨੂੰ ਕਿਹਾ। ਗੁਰੂ ਜੀ ਦੇ ਇਸ ਤਰ੍ਹਾਂ ਅਚਾਨਕ ਪ੍ਰਲੋਕ ਗਮਨ ਕਰਕੇ ਆਪ ਜੀ ਦੀ ਮਾਤਾ ਕਿਸ਼ਨ ਕੌਰ ਜੀ ਨੂੰ ਬਹੁਤ ਦੁਖੀ ਅਤੇ ਚਿੰਤਾਮਣ ਵੇਖ ਕੇ ਰਾਜਾ ਜੈ ਸਿੰਘ ਨੇ ਕਿਹਾ, ਮਾਤਾ ਜੀ, ਤੁਸੀਂ ਸਾਡੇ ਪੂਜਨੀਕ ਮਾਤਾ ਜੀ ਹੋ, ਮੈਂ ਤੁਹਾਡਾ ਦਾਸ ਹਾਂ, ਆਪ ਮੇਰੇ ਪਾਸ ਹੀ ਨਿਵਾਸ ਰੱਖੋ, ਮੈਂ ਤੁਹਾਡੀ ਹਰ ਤਰ੍ਹਾਂ ਸੇਵਾ ਕਰਾਂਗਾ। ਮਾਤਾ ਜੀ ਨੇ ਕਿਹਾ, ਰਾਜਾ ਸਾਹਿਬ, ਤੁਸੀਂ ਰਾਜੀ ਰਹੋ, ਤੁਹਾਡੀ ਗੁਰੂ ਨਾਨਕ ਜੀ ਹਰ ਪ੍ਰਕਾਰ ਸਹਾਇਤਾ ਕਰਨ, ਪਰੰਤੂ ਅਸੀਂ ਕੀਰਤਪੁਰ ਹੀ ਜਾਵਾਂਗੇ ਤੇ ਉੱਥੇ ਹੀ ਨਿਵਾਸ ਰੱਖਾਂਗੇ। ਇਸ ਤਰ੍ਹਾਂ ਵਿਚਾਰ ਕਰਕੇ ਮਾਤਾ ਜੀ ਆਪਣੇ ਸੇਵਾਦਾਰ ਨਾਲ ਕੀਰਤਪੁਰ ਆ ਗਏ। ਦੂਸਰੇ ਦਿਨ ਜਦ ਰਾਜਾ ਜੈ ਸਿੰਘ ਬਾਦਸ਼ਾਹ ਦੀ ਕਚਹਿਰੀ ਵਿੱਚ ਗਿਆ ਤਾਂ ਅੱਗੇ ਰਾਮ ਰਾਏ ਵੀ ਉੱਥੇ ਬੈਠੇ ਸਨ। ਬਾਦਸ਼ਾਹ ਨੇ ਜੈ ਸਿੰਘ ਨੂੰ ਪੁੱਛਿਆ, ਗੁਰੂ ਜੀ ਗੁਰਿਆਈ ਕਿਸ ਨੂੰ ਦੇ ਗਏ ਹਨ ਕਿ ਨਹੀਂ? ਜੈ ਸਿੰਘ ਨੇ ਕਿਹਾ, ਗੁਰੂ ਜੀ ਆਪਣੇ ਅੰਤ ਸਮੇਂ 5 ਪੈਸੇ ਤੇ ਨਾਰੀਅਲ ਥਾਲ ਵਿੱਚ ਰੱਖ ਕੇ ਮੱਥਾ ਟੇਕ ਕੇ ਇਹ ਕਹਿ ਗਏ ਸਨ ਕਿ ਗੁਰੂ ਬਾਬਾ ਬਕਾਲੇ ਅਰਥਾਤ ਸਾਡੇ ਪਿੰਡ ਬਕਾਲੇ ਰਹਿਣ ਵਾਲਾ ਸਾਡਾ ਬਾਬਾ ਗੁਰੂ ਹੈ, ਸੰਗਤ ਉਸ ਨੂੰ ਮੰਨਣਾ ਕਰੇ। ਪਰ ਉਹਨਾਂ ਨੇ ਨਾਮ ਕਿਸੇ ਦਾ ਨਹੀਂ ਲਿਆ ਅਤੇ ਇਹੀ ਕਿਹਾ ਕਿ ਉਹ ਆਪੇ ਸੂਰਜ ਵਾਂਗ ਪ੍ਰਗਟ ਹੋ ਜਾਣਗੇ। ਰਾਮ ਰਾਏ ਜੀ ਇਹ ਸਾਰੀ ਗੱਲ ਸੁਣ ਕੇ ਚੁੱਪ ਹੀ ਬੈਠੇ ਰਹੇ। ਪੂਰਬ ਦੇਸ਼ ਦੀ ਸੰਗਤ ਨੇ ਜਦ ਸੁਣਿਆ ਕਿ ਗੁਰੂ ਜੀ ਦਿੱਲੀ ਆਏ ਹੋਏ ਹਨ ਤਾਂ ਉਹ ਇਕੱਠੀ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਈ। ਪਰ ਦਿੱਲੀ ਆ ਕੇ ਜਦ ਪਤਾ ਲੱਗਾ ਕਿ ਆਪ ਜੀ ਜੋਤੀ ਜੋਤ ਸਮਾ ਗਏ ਹਨ ਤਾਂ ਸੰਗਤਾਂ ਵਿੱਚ ਬਹੁਤ ਨਿਰਾਸ਼ਾ ਹੋਈ। ਗੁਰੂ ਜੀ ਦੇ ਡੇਰੇ ਪਹੁੰਚ ਕੇ ਮਾਤਾ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਤੇ ਗੁਰੂ ਜੀ ਵੱਲੋਂ ਅਫਸੋਸ ਕੀਤਾ। ਮਾਤਾ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਕਰਤਾਰ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ। ਜਦ ਇਸ ਗੱਲ ਦਾ ਸਿੱਖ ਸੰਗਤਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਬਾਬਾ ਬਕਾਲੇ ਪਿੰਡ ਹੈ ਤਾਂ ਸਭ ਤੋਂ ਪਹਿਲਾਂ ਧੀਰ ਮੱਲ ਜੀ ਨੇ ਆਪਣੇ ਮਸੰਦਾਂ ਨੂੰ ਨਾਲ ਲੈ ਕੇ ਬਕਾਲੇ ਵਿੱਚ ਜਾ ਕੇ ਡੇਰੇ ਲਾਏ। ਆਪ ਧੀਰ ਮੱਲ ਜੀ ਗੱਦੀ ਲਾ ਕੇ ਬੈਠ ਗਏ ਅਤੇ ਆਪਣੇ ਮਸੰਦਾਂ ਨੂੰ ਪਿੰਡ ਦੇ ਬਾਹਰ ਨਿਯਤ ਕਰ ਦਿੱਤਾ ਕਿ ਜਿਹੜਾ ਵੀ ਸਿੱਖ ਗੁਰੂ ਜੀ ਦੀ ਭਾਲ ਕਰਦਾ ਹੋਇਆ ਦਰਸ਼ਨ ਕਰਨ ਆਵੇ, ਉਸਨੂੰ ਸਿੱਧੇ ਮੇਰੇ ਪਾਸ ਲੈ ਆਉਣਾ। ਉਸ ਉਪਰੰਤ ਧੀਰ ਮੱਲ ਜੀ ਨੇ ਆਪਣੇ ਪ੍ਰਚਾਰਕ ਮਸੰਦ ਬਾਹਰ ਵੀ ਭੇਜ ਦਿੱਤੇ ਤੇ ਉਹ ਸੰਗਤਾਂ ਨੂੰ ਪ੍ਰੇਰ ਕੇ ਧੀਰ ਮੱਲ ਜੀ ਪਾਸ ਬਕਾਲੇ ਭੇਜਣ। ਧੀਰ ਮੱਲ ਨੂੰ ਵੇਖ ਕੇ ਹੋਰ ਸੋਢੀ ਵੀ ਬਕਾਲੇ ਆ ਕੇ ਡੇਰੇ ਲਾ ਕੇ ਬੈਠ ਗਏ। ਸਭ ਨੇ ਆਪੋ ਆਪਣੇ ਪ੍ਰਚਾਰ ਵਾਸਤੇ ਮਸੰਦ ਤਨਖਾਹ ਉੱਤੇ ਜਾਂ ਭੇਟਾ ਵਿੱਚੋਂ ਕੁਝ ਹਿੱਸਾ ਦੇਣ ਨੂੰ ਮੁਕਰਰ ਕਰਕੇ ਰੱਖ ਲਏ। ਸੰਗਤਾਂ ਤੋਂ ਮਾਇਆ ਲੈ ਕੇ ਮਸੰਦ ਗਹਿਰੇ ਗੱਫੇ ਲਾਉਣ ਲੱਗ ਪਏ ਅਤੇ ਸੋਢੀ ਆਪਣੇ ਪ੍ਰਚਾਰ ਵਾਸਤੇ ਉਹਨਾਂ ਦੇ ਖੁਸ਼ਾਮਦੀ ਬਣ ਗਏ। ਪਰ ਧੀਰ ਮੱਲ ਬਹੁਤ ਚਲਾਕ ਸੀ, ਇਸ ਕਰਕੇ ਇਸਦੀ ਗੁੱਡੀ ਬਹੁਤ ਚੜ੍ਹ ਗਈ। ਬਹੁਤੀਆਂ ਸੰਗਤਾਂ ਉਸ ਪਾਸ ਹੀ ਆਉਣ ਲੱਗ ਪਈਆਂ। ਸ਼ਰਧਾਵਾਨ ਸਿੱਖਾਂ ਵਾਸਤੇ ਇਹ ਬਹੁਤ ਕਠਿਨ ਸਮਾਂ ਸੀ। ਉਹ ਡੱਕੋ ਡੋਲੇ ਖਾਂਦੇ ਫਿਰਦੇ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਜਦ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਬਚਨਾਂ ਗੁਰੂ ਬਾਬਾ ਬਕਾਲੇ ਦਾ ਅਨੁਭਵੀ ਪ੍ਰਕਾਸ਼ ਹੋਇਆ ਤਾਂ ਆਪ ਜੀ ਭੋਰੇ ਵਿੱਚ ਲੁਕ ਕੇ ਨਿਰੰਜਨੀ ਜੋਤ ਨਾਲ ਲਿਵ ਲਾ ਕੇ ਬੈਠ ਗਏ। ਇਸ ਤਰ੍ਹਾਂ 15 ਦਿਨ ਬੀਤ ਗਏ ਤਾਂ ਆਪ ਜੀ ਦੇ ਮਸਤਕ ਉੱਤੇ ਪ੍ਰਕਾਸ਼ ਦੀਆਂ ਕਿਰਨਾਂ ਫੈਲ ਗਈਆਂ। ਇਸ ਨਾਲ ਸ੍ਰੀ ਮਾਤਾ ਨਾਨਕੀ ਜੀ ਨੇ ਸਮਝ ਲਿਆ ਕਿ ਇਹਨਾਂ ਵਿੱਚ ਗੁਰਿਆਈ ਦੀ ਜੋਤ ਪ੍ਰਵੇਸ਼ ਕਰ ਗਈ ਹੈ। 15 ਦਿਨ ਉਪਰੰਤ ਜਦ
ਆਪ ਜੀ ਦੀ ਸਮਾਧੀ ਖੁੱਲੀ ਤਾਂ ਮਾਤਾ ਜੀ ਨੇ ਕਿਹਾ, ਆਪ ਸੰਗਤਾਂ ਵਿੱਚ ਪ੍ਰਗਟ ਹੋਵੋ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ। ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਆਪਣੇ ਸਰੂਪ ਦੇ ਧਿਆਨ ਵਿੱਚ ਹੀ ਲੱਗੇ ਰਹੇ। ਇੱਧਰ ਧੀਰਮੱਲ ਨੇ ਸਾਰੇ ਦੇਸ਼ਾਂ ਵਿੱਚ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਕਿ ਅਸੀਂ ਗੁਰਗੱਦੀ ਉੱਤੇ ਅਸਥਿਤ ਹੋ ਗਏ ਹਾਂ, ਦਰਸ਼ਨ ਕਰਨ ਵਾਸਤੇ ਸਾਡੇ ਪਾਸ ਬਕਾਲੇ ਪਿੰਡ ਆ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ। ਹੁਕਮਨਾਮੇ ਪੜ੍ਹ ਕੇ ਜਦ ਸੰਗਤਾਂ 9ਵੇਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਿੰਡ ਬਕਾਲੇ ਆਈਆਂ, ਉਹਨਾਂ ਨੇ 22 ਗੁਰੂ ਗੱਦੀਆਂ ਲਾ ਕੇ ਬੈਠੇ ਵੇਖੇ। ਸਾਰੇ ਹੀ ਦੂਸਰਿਆਂ ਦੀ ਨਿੰਦਿਆ ਅਤੇ ਆਪੋ ਆਪਣੀ ਵਡਿਆਈ ਦਾ ਪ੍ਰਚਾਰ ਕਰ ਰਹੇ ਸਨ। ਸੰਗਤਾਂ ਇਹ ਪ੍ਰਪੰਚ ਰਚਨਾ ਵੇਖ ਕੇ ਬੜੀਆਂ ਪਰੇਸ਼ਾਨ ਹੁੰਦੀਆਂ ਤੇ ਨਿਰਾਸ਼ਤਾ ਨਾਲ ਘਰਾਂ ਨੂੰ ਮੁੜ ਜਾਂਦੀਆਂ।